ਪ੍ਰਸ਼ਾਦ ਵੰਡਦੇ ਗੁਰਸਿੱਖ ਨੂੰ ਆ ਗਿਆ ਅਟੈਕ ਤੇ ਬਾਂਹ ਦੇ ਵਿੱਚ ਫੈਲ ਗਿਆ ਜ਼ਹਿਰ ਤੇ ਜਦ ਡਾਕਟਰਾਂ ਨੇ ਇਲਾਜ ਕਰਤਾ ਸ਼ੁਰੂ ਉਸ ਤੋਂ ਬਾਅਦ ਜੋ ਕੁਝ ਹੋਇਆ ਦੇਖ ਸਭ ਦੇ ਉੱਡ ਗਏ ਹੋਸ਼। ਇੱਕ ਵਿਅਕਤੀ ਸੀਗਾ ਗੁਰਸਿੱਖ ਵਿਅਕਤੀ ਜੋ ਕਿ ਇੱਕ ਵਿਦੇਸ਼ ਦੀ ਕੰਟਰੀ ਦੇ ਵਿੱਚ ਰਹਿੰਦਾ ਸੀਗਾ ਤੇ ਇੱਕ ਵਧੀਆ ਕੰਪਨੀ ਦੇ ਵਿੱਚ ਕੰਮ ਕਰਦਾ ਤੇ ਜਦੋਂ ਉਹ ਵਧੀਆ ਕੰਪਨੀ ਦੇ ਵਿੱਚ ਕੰਮ ਕਰਦਾ ਤੇ ਉਸ ਦੀ ਜ਼ਿੰਦਗੀ ਬਹੁਤ ਸੁਖਾਲੇ ਢੰਗ ਨਾਲ ਜਿਹੜੀ ਆ ਬਤੀਤ ਹੋ ਰਹੀ ਸੀ। ਪਰ ਇੱਕ ਦਿਨ ਅਚਾਨਕ ਉਸ ਦੀ ਬਾਂਹ ਦੇ ਵਿੱਚ ਬਹੁਤ ਜ਼ਿਆਦਾ ਦਰਦ ਸ਼ੁਰੂ ਹੋ ਗਿਆ ਤੇ ਇੰਨਾ ਕੁ ਦਰਦ ਜਿਹੜਾ ਰੋਜ਼ਾਨਾ ਰਹਿਣ ਲੱਗ ਗਿਆ। ਪਹਿਲਾਂ ਤਾਂ ਉਹ ਉਸ ਚੀਜ਼ ਨੂੰ ਦਰਦ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਪਰ ਹੌਲੀ ਹੌਲੀ ਉਸ ਦਾ ਦਰਦ ਜ਼ਿਆਦਾ ਵੱਧ ਗਿਆ। ਜਦ ਡਾਕਟਰਾਂ ਦੇ ਕੋਲ ਦਿਖਾਇਆ ਗਿਆ ਤੇ ਡਾਕਟਰਾਂ ਨੇ ਚੈੱਕ ਕੀਤਾ ਕਿ ਕਿਸੇ ਵੀ ਕਾਰਨ ਕਰਕੇ ਬਾਂਹ ਦੇ ਵਿੱਚ ਜ਼ਹਿਰ फैल गया ਤੇ ਜਦ ਉਸ ਵਿਅਕਤੀ ਨੂੰ ਪਤਾ ਲੱਗਦਾ ਕਿ ਉਸ ਦੀ ਬਾਂਹ ਦੇ ਵਿੱਚ ਜ਼ਹਿਰ ਫੈਲ ਗਿਆ ਉਹ ਬਹੁਤ ਹੈਰਾਨ ਹੋ ਜਾਂਦਾ ਹੈ ਕਿ ਇਹ ਜ਼ਹਿਰ ਕਿਵੇਂ ਫੈਲ ਗਿਆ। ਨਾ ਹੀ ਕਿਸੇ ਜਾਨਵਰ ਨੇ ਹੀ ਦੱਸਿਆ ਹੈ ਤੇ ਨਾ ਹੀ ਕੁਝ ਅਜਿਹਾ ਹੋਇਆ ਕਿ ਜਿਸ ਕਰਕੇ ਜ਼ਹਿਰ ਬਾਂਹ ਦੇ ਵਿੱਚ ਫੈਲ ਗਿਆ। ਪਰ ਭਿਆਨਕ ਬਿਮਾਰੀ ਇੰਨੀ ਕੁ ਵੱਧ ਗਈ ਕਿ ਜਿਹੜੀ ਉਸ ਦੀ ਬਾਂਹ ਦੇ ਵਿੱਚ ਦਰਦ ਸੀਗੀ ਉਹ ਵੱਧਦੀ ਗਈ ਤਾਂ ਜ਼ਹਿਰ ਜਿਹੜਾ ਫੈਲਦਾ ਗਿਆ ਤੇ ਬਾਂਹ ਜਿਹੜੀ ਆ ਉਹ ਬਿਲਕੁਲ ਵੀ ਕੰਮ ਕਰਨਾ ਬੰਦ ਕਰ ਗਈ। ਹੌਲੀ ਹੌਲੀ ਉਸ ਦੀ ਬਾਂਹ ਖੜ ਹੀ ਗਈ ਯਾਨੀ ਕਿ ਇੱਕ ਹੱਥ ਦੇ ਨਾਲ ਹੀ ਉਹ ਕੰਮ ਕਰਨ ਲੱਗਾ। ਪਰ ਜਿਹੜੀ ਬਾਂਹ ਸੀਗੀ ਤੇ ਹੌਲੀ ਹੌਲੀ ਇੰਨੀ ਕੁ ਗਲਣੀ ਵੀ ਸ਼ੁਰੂ ਹੋ ਗਈ ਕਿ ਡਾਕਟਰਾਂ ਨੇ ਕਹਿ ਦਿੱਤਾ ਕਿ ਇਸ ਦਾ ਹੁਣ ਇੱਕ ਹੀ ਹੀਲਾ ਹੈ, ਬਾਂਹ ਹੁਣ ਤੁਹਾਡੀ ਕੱਟਣੀ ਪਵੇਗੀ। ਤੇ ਜਦ ਇਹ ਗੱਲ ਵਿਅਕਤੀ ਨੂੰ ਪਤਾ ਲੱਗਦੀ ਹੈ ਤਾਂ ਬਹੁਤ ਦੁਖੀ ਹੁੰਦਾ ਹੈ ਕਿ ਹੁਣ ਉਸ ਦੀ ਬਾਂਹ ਕੱਟਣੀ ਪਵੇਗੀ। ਤਾਂ ਇਹ ਗੱਲ ਸੁਣ ਕੇ ਉਸਨੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਇਹ ਗੱਲ ਸਾਂਝੀ ਕੀਤੀ ਤੇ ਉਹਨਾਂ ਨੂੰ ਆਪਣਾ ਦੁੱਖ ਸੁਣਾਇਆ ਤੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਹੁਣ ਇਹ ਬਾਂਹ ਕੱਟਣਾ ਹੀ ਠੀਕ ਹੋਵੇਗਾ, ਨਹੀਂ ਤਾਂ ਜ਼ਹਿਰ ਜਿਹੜਾ ਪੂਰੇ ਸਰੀਰ ਦੇ ਵਿੱਚ ਵੀ ਫੈਲ ਸਕਦਾ ਹੈ। ਤੇ ਆਪਣੇ ਬਚਾਅ ਦੇ ਲਈ ਉਹ ਵਿਅਕਤੀ ਤਿਆਰ ਹੋ ਗਿਆ ਕਿ ਉਸ ਦੀ ਬਾਂਹ ਕੱਟੀ ਜਾਵੇ। ਪਰ ਉਸਨੇ ਇਹ ਸੋਚਿਆ ਕਿ ਪਹਿਲਾਂ ਉਹ ਆਪਣੇ ਆਫਿਸ ਜਾਵੇਗਾ, ਕੰਪਨੀ ਜਾਵੇਗਾ ਤੇ ਆਪਣਾ ਪੂਰਾ ਹਿਸਾਬ ਕਰਾ ਲਵੇਗਾ ਕਿਉਂਕਿ ਕੰਪਨੀ ਦੇ ਵਿੱਚ ਬਾਂਹ ਕੱਟ ਕੇ ਜੋ ਹੈ ਕੰਮ ਨਹੀਂ ਕਰਨ ਦਿੱਤਾ ਜਾਵੇਗਾ ਤੇ ਨਾ ਹੀ ਮਨਜ਼ੂਰੀ ਮਿਲੇਗੀ। ਤੇ ਇਸ ਕਰਕੇ ਉਸਨੇ ਸੋਚਿਆ ਕਿ ਉਹ ਪਹਿਲਾਂ ਸਾਰਾ ਆਪਣਾ ਹਿਸਾਬ ਕਰਵਾ ਲਵੇ। ਉਸ ਤੋਂ ਬਾਅਦ ਜਦੋਂ ਆਪਣੀ ਕੰਪਨੀ ਪਹੁੰਚਿਆ ਤੇ ਉਸਨੇ ਆਪਣਾ ਸਾਰਾ ਦੁੱਖ ਦੱਸਿਆ ਕਿ ਉਸਦੀ ਬਾਂਹ ਇਸ ਤਰੀਕੇ ਦੇ ਨਾਲ ਖੜ ਚੁੱਕੀ ਹੈ, ਕੰਮ ਨਹੀਂ ਕਰ ਪਾਉਂਦਾ ਤੇ ਉਸਨੇ ਆਪਣਾ ਆਪਰੇਸ਼ਨ ਕਰਵਾਉਣਾ ਹੈ। ਤੇ ਉੱਥੇ ਦੇ ਲੋਕਾਂ ਨੇ ਜਿਹੜੇ ਹੋਰ ਮੈਂਬਰ ਸੀ ਉਹਨਾਂ ਨੇ ਕਿਹਾ ਕਿ ਜਿਹੜੇ ਵੱਡੇ ਅਫਸਰਾਂ ਦੇ ਸਾਈਨ ਕਰਨ ਤੋਂ ਬਾਅਦ ਹੀ ਤੇਰਾ ਸਾਰਾ ਹਿਸਾਬ ਹੋਵੇਗਾ, ਉਹ ਹਾਲੇ ਆਉਣੇ ਨੇ ਤਾਂ ਤੂੰ ਥੋੜਾ ਇੰਤਜ਼ਾਰ ਕਰ। ਉਹਨਾਂ ਨੇ ਉੱਥੇ ਇੰਤਜ਼ਾਰ ਕਰਨ ਦੇ ਲਈ ਉਸਨੂੰ ਕਮਰਾ ਦੇ ਦਿੱਤਾ ਤੇ ਉਹ ਕਮਰੇ ਦੇ ਵਿੱਚ ਰੋਜ਼ਾਨਾ ਘੁੰਮਦਾ ਰਹਿੰਦਾ ਤੇ ਸੋਚਦਾ ਰਹਿੰਦਾ ਤੇ ਉੱਥੇ ਹੀ ਖਾ ਪੀ ਲੈਂਦਾ। ਉਸ ਤੋਂ ਬਾਅਦ ਇੱਕ ਦਿਨ ਉਸਨੂੰ ਇੱਕ ਗੁਰਸਿੱਖ ਜਿਹੜਾ ਦੋਸਤ ਮਿਲਣ ਆਉਂਦਾ ਹੈ ਤੇ ਗੁਰਸਿੱਖ ਦੋਸਤ ਜਦੋਂ ਉਸਦੇ ਕਮਰੇ ਦੇ ਵਿੱਚ ਆਉਂਦਾ ਹੈ ਤੇ ਉਹ ਜਿਹੜਾ ਵਿਅਕਤੀ ਹੈ ਆਪਣਾ ਸਾਰਾ ਦੁੱਖ ਆਪਣੇ ਦੋਸਤ ਨੂੰ ਦੱਸਦਾ ਹੈ ਕਿ ਇਸ ਤਰੀਕੇ ਦੇ ਨਾਲ ਬਾਂਹ ਦੇ ਵਿੱਚ ਜ਼ਹਿਰ ਫੈਲ ਗਿਆ ਤੇ ਹੁਣ ਬਾਂਹ ਕੱਟਣੀ ਪਵੇਗੀ। ਤਾਂ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਪਰ ਗੁਰਸਿੱਖ ਦੋਸਤ ਨੇ ਕਿਹਾ ਕਿ ਸ਼ਾਇਦ ਤੂੰ ਇੱਥੇ ਤਾਂ ਆਇਆ ਕਿ ਕੋਈ ਕੰਮ ਅਧੂਰਾ ਹੋਵੇ ਤੇ ਜਿਹੜਾ ਇੱਕ ਬਾਂਹ ਦੇ ਨਾਲ ਹੋ ਸਕਦਾ। ਇਹ ਗੱਲ ਸੁਣ ਕੇ ਉਹ ਵਿਅਕਤੀ ਨੂੰ ਕੁਝ ਵੀ ਸਮਝ ਨਹੀਂ ਆਇਆ ਤੇ ਉਸਨੇ ਨਜ਼ਰਅੰਦਾਜ਼ ਵੀ ਕੀਤਾ ਪਰ ਉਹ ਸੋਚਣ ਲੱਗਾ ਕਿ ਕਿਹੜਾ ਇਹੋ ਜਿਹਾ ਕੰਮ ਹੋਵੇਗਾ ਜੋ ਇੱਕ ਬਾਂਹ ਦੇ ਨਾਲ ਹੋ ਸਕਦਾ। ਤਾਂ ਥੋੜੀ ਦੇਰ ਬਾਅਦ ਉਹ ਜਿਹੜਾ ਗੁਰਸਿੱਖ ਦੋਸਤ ਸੀਗਾ ਉਹ ਆਪਣੇ ਨਾਲ ਉਸਨੂੰ ਲੈ ਗਿਆ ਤੇ ਉਹ ਦਿਖਾਣ ਲੱਗਾ ਕਿ ਇਹ ਪੁਰਾਣੀ ਕੰਪਨੀ ਹੈ ਜਿੱਥੇ ਕੰਮ ਕਰਦਾ ਹੁੰਦਾ ਸੀਗਾ ਤੇ ਇਸ ਕੰਪਨੀ ਦੇ ਵਿੱਚ ਜੋ ਹੈ ਲੋਕ ਬਹੁਤ ਇਮਾਨਦਾਰ ਸੀ। ਮੈਂ ਵੀ ਇਸ ਕੰਪਨੀ 'ਚ ਕੰਮ ਕਰਦਾ ਸੀ ਪਰ ਇਹ ਕੰਪਨੀ ਬੰਦ ਹੋ ਗਈ। ਇਸ ਕੰਪਨੀ ਦੇ ਵਿੱਚ ਜਿਹੜੇ ਉੱਥੇ ਦੇ ਲੋਕ ਸੀਗੇ ਕੰਪਨੀ 'ਚ ਕੰਮ ਕਰਨ ਵਾਲੇ ਉਹਨਾਂ ਨੇ ਗੁਰੂ ਘਰ ਵੀ ਇੱਕ ਛੋਟਾ ਜਿਹਾ ਬਣਾਇਆ ਤੇ ਨਿਸ਼ਾਨ ਸਾਹਿਬ ਵੀ ਸੀਗੇ ਤੇ ਹੁਣ ਕਿਸੇ ਕਾਰਨ ਕਰਕੇ ਕੰਪਨੀ ਬੰਦ ਹੋ ਗਈ ਪਰ ਉੱਥੇ ਗੁਰਦੁਆਰਾ ਸਾਹਿਬ ਹਾਲੇ ਵੀ ਨੇ। ਪਰ ਹੋ ਸਕਦਾ ਮੈਂ ਚਾਹੁੰਦਾ ਆ ਕਿ ਇਹ ਜੋ ਗੁਰਦੁਆਰਾ ਸਾਹਿਬ ਹੈ ਦੁਆਰਤੀ ਤੋਂ ਉੱਥੇ ਲੋਕ ਆਣ ਤੇ ਇਹਨਾਂ ਦੀ ਮਾਨਤਾ ਵਧੇ। ਉਸ ਤੋਂ ਬਾਅਦ ਆਪਣੇ ਦੋਸਤ ਦੀ ਗੱਲ ਸੁਣ ਕੇ ਉਹ ਵਿਅਕਤੀ ਜੋ ਹੈ ਉਹ ਖੁਸ਼ ਵੀ ਹੋਇਆ ਤਾਂ ਇੱਕ ਵਾਰੀ 'ਚ ਹੀ ਮੰਨ ਗਿਆ ਕਿ ਹੁਣ ਇੱਥੇ ਜੋ ਹੈ ਗੁਰਦੁਆਰਾ ਸਾਹਿਬ ਦੁਆਰਤੀ ਜਿਹੜਾ ਵਾ ਉਹ ਸਹੀ ਕੀਤਾ ਜਾਵੇ ਤੇ ਇੱਥੇ ਲੋਕ ਜਿਹੜੇ ਸ਼ੁਰੂ ਹੋਣ ਤਾਂ ਆਣਾ ਸ਼ੁਰੂ ਹੋਣ ਤੇ ਇੱਥੇ ਦੀ ਮਾਨਤਾ ਹੋਵੇ। ਤਾਂ ਉਸ ਤੋਂ ਬਾਅਦ ਕੁਝ ਸਿੱਖ ਉਸ ਨੂੰ ਦਿੱਤੇ ਗਏ ਤੇ ਸਾਰੀ ਸਾਫ਼ ਸਫਾਈ ਉਸਨੇ ਕਰਵਾ ਦਿੱਤੀ ਤੇ ਇੱਕ ਹੱਥ ਦੇ ਨਾਲ ਹੀ ਸਾਰਾ ਕੰਮ ਕੀਤਾ ਤੇ ਸਾਰੀ ਸੇਵਾ ਕੀਤੀ। ਹੌਲੀ ਹੌਲੀ ਲੋਕ ਉੱਥੇ ਆਣ ਲੱਗ ਕੇ ਸਾਫ਼ ਸਫਾਈ ਕਰਕੇ ਇੱਕ ਕਮਰੇ ਦੇ ਵਿੱਚ ਗੁਰੂ ਘਰ ਬਣਾ ਦਿੱਤਾ, ਨਿਸ਼ਾਨ ਸਾਹਿਬ ਲਗਾ ਦਿੱਤੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਰ ਦਿੱਤੀ ਤੇ ਉੱਥੇ ਲੋਕ ਆਣ ਲੱਗੇ, ਕੀਰਤਨ ਦਰਬਾਰ ਸਜਣ ਲੱਗੇ, ਲੰਗਰ ਜਿਹੜਾ ਵਾ 24 ਘੰਟੇ ਚੱਲਣ ਲੱਗਾ। ਤੇ ਹੌਲੀ ਹੌਲੀ ਉਹ ਵਿਅਕਤੀ ਜਦੋਂ ਉੱਥੇ ਕੰਮ ਕਰਦਾ ਰਿਹਾ ਤੇ ਉਸਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਕਿ ਉਸਦੇ ਬਾਂਹ ਦੇ ਵਿੱਚ ਕੋਈ ਦਰਦ ਵੀ ਸੀਗਾ ਜਾਂ ਫਿਰ ਉਹ ਇੱਕ ਬਾਂਹ ਦੇ ਨਾਲ ਕੰਮ ਕਰ ਰਿਹਾ। ਉਸਨੂੰ ਆਪਣਾ ਦਰਦ ਤਾਂ ਭੁੱਲ ਗਿਆ ਪਰ ਜਦੋਂ ਅਚਾਨਕ ਉਸਦੇ ਬਾਂਹ ਦੇ ਵਿੱਚ ਇੰਨਾ ਕੁ ਦਰਦ ਹੋਣਾ ਸ਼ੁਰੂ ਹੋ ਗਿਆ ਤੇ ਉਸਨੂੰ ਕੁਝ ਸਮਝ ਨਹੀਂ ਆਇਆ ਤੇ ਉਸਦਾ ਜਿਹੜਾ ਸਰੀਰ ਸੀਗਾ ਉਹ ਕੰਬਣ ਲੱਗ ਗਿਆ ਤੇ ਇੱਕ ਅਲੱਗ ਹੀ ਜੋਸ਼ ਉਸਦੇ ਸਰੀਰ ਦੇ ਵਿੱਚ ਆਉਣ ਲੱਗ ਗਿਆ। ਤਾਂ ਉਸ ਤੋਂ ਬਾਅਦ ਉਸਨੂੰ ਇਹ ਵੀ ਮਹਿਸੂਸ ਹੋਇਆ ਕਿ ਸ਼ਾਇਦ ਇਹੀ ਇੱਕ ਕੰਮ ਹੋਵੇਗਾ ਜੋ ਗੁਰੂ ਸਾਹਿਬ ਨੇ ਉਸ ਤੋਂ ਕਰਵਾਉਣਾ ਸੀਗਾ ਇੱਕ ਹੱਥ ਦੇ ਨਾਲ। ਤੇ ਉਹ ਖੁਸ਼ ਵੀ ਹੋਇਆ, ਉਸਦੇ ਮਨ ਨੂੰ ਖੁਸ਼ੀ ਮਿਲੀ ਪਰ ਉਸਨੂੰ ਸਮਝ ਨਹੀਂ ਆਇਆ। ਜਦੋਂ ਉਸਦੇ ਬਾਂਹ ਦੇ ਵਿੱਚ ਬਹੁਤ ਦਰਦ ਹੋਣ ਲੱਗ ਗਿਆ ਤੇ ਇੱਕ ਅਜੀਬ ਹੀ ਸ਼ਕਤੀ ਉਸਨੂੰ ਮਹਿਸੂਸ ਹੋਈ। ਜਦੋਂ ਉਸਦਾ ਸਰੀਰ ਇੱਕਦਮ ਆਕੜਿਆ ਜਿਹਾ ਮਹਿਸੂਸ ਉਸਨੇ ਕੀਤਾ ਤੇ ਉਸਨੇ ਦੂਸਰੀ ਬਾਂਹ ਜਿਹੜੀ ਆਪਣੀ ਹਿਲਾਈ ਕਿ ਉਹ ਜਿਹੜਾ ਸਰੀਰ ਉਹ ਠੀਕ ਕਰੇ ਪਰ ਹੌਲੀ ਹੌਲੀ ਜਿਹੜੀ ਬਾਂਹ ਜ਼ਹਿਰ ਦੇ ਨਾਲ ਭਰੀ ਹੋਈ ਸੀ
ਉਹ ਵੀ ਹਿਲਣਾ ਸ਼ੁਰੂ ਕਰ ਗਈ ਸੀ। ਜਿਹੜੀ ਬਾਹ ਇੱਕਦਮ ਰੁਕ ਗਈ ਸੀ, ਖੜ ਗਈ ਸੀ, ਉਹ ਵੀ ਹਰਕਤ ਕਰਨ ਲੱਗੀ ਤੇ ਉਹ ਇਹ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋ ਗਿਆ। ਉਸਦੇ ਹੋਸ਼ ਉੱਡ ਗਏ ਤੇ ਉਸਨੂੰ ਕੁਝ ਵੀ ਸਮਝ ਨਹੀਂ ਆਇਆ ਤੇ ਜਦੋਂ ਉਸਦੀ ਜਿਹੜੀ ਖੜੀ ਹੋਈ ਬਾਹ ਵੀ ਚੱਲਣ ਲੱਗੀ, ਉਹ ਕੰਮ ਕਰਨ ਲੱਗੀ ਤੇ ਉੱਥੇ ਵਾਹਿਗੁਰੂ ਦੇ ਜੈਕਾਰੇ ਲੱਗਣ ਲੱਗੇ। ਤਾਂ ਕੰਪਨੀ ਤੱਕ ਵੀ ਇਹ ਗੱਲ ਪਹੁੰਚ ਗਈ ਕਿ ਵਾਹਿਗੁਰੂ ਨੇ ਉਸ ਵਿਅਕਤੀ ਨੂੰ ਠੀਕ ਕਰ ਦਿੱਤਾ ਤੇ ਉਹ ਜਿਹੜੀ ਬਿਮਾਰੀ ਆ ਉਸਦੀ ਦੂਰ ਹੋ ਗਈ ਤੇ ਉਸਨੂੰ ਹੁਣ ਬਾਹ ਵੀ ਨਹੀਂ ਕਟਵਾਉਣੀ ਪਵੇਗੀ। ਤਾਂ ਕੰਪਨੀ ਵਾਲਿਆਂ ਨੇ ਫਿਰ ਮੁੜ ਕਿਹਾ ਕਿ ਤੁਸੀਂ ਹੁਣ ਕੰਪਨੀ ਦੇ ਵਿੱਚ ਆ ਸਕਦੇ ਹੋ ਕਿ ਤੁਹਾਡੀ ਬਿਮਾਰੀ ਦੂਰ ਹੋ ਗਈ ਹੈ, ਪਰ ਉਸਨੇ ਕਿਹਾ ਕਿ ਇਹ ਬਾਹ ਮੇਰੀ ਵਾਹਿਗੁਰੂ ਨੇ ਠੀਕ ਕੀਤੀ ਹੈ ਤੇ ਮੈਂ ਹੁਣ ਸਿਰਫ ਇਹ ਬਾਹ ਨੂੰ ਵਾਹਿਗੁਰੂ ਦੇ ਕੰਮਾਂ ਦੇ ਵਿੱਚ ਹੀ ਲਾਵਾਂਗਾ, ਜਾਣੀ ਕਿ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਸੇਵਾ ਹੀ ਕਰਾਂਗਾ। ਤਾਂ ਉਹ ਕੰਪਨੀ ਦੇ ਵਿੱਚ ਉਸਨੇ ਕੰਮ ਛੱਡ ਦਿੱਤਾ ਤੇ ਉਹ ਵਾਹਿਗੁਰੂ ਦੇ ਲੜ ਲੱਗ ਗਿਆ ਤੇ ਹੁਣ ਉਹੀ ਹੱਥਾਂ ਦੇ ਨਾਲ ਉਹ ਹੈ ਹੁਣ ਵਾਹਿਗੁਰੂ ਦੀ ਸੇਵਾ ਕਰਦਾ ਹੈ।